Good morning, students. This is Amit Verma, and I am a lecturer of Mechanical Department. And the subject name is Workshop Technology 1. Uh, I, I have started the new chapter, Molding and Casting. And uh, from the chapter, Molding and Casting, I have discussed uh, firstly molding sand. About molding sand, so what is molding sand and their uses? ਸੋ ਆਪਾਂ ਅੱਜ ਮੋਲਡਿੰਗ ਸੈਂਡ ਦੇ ਬਾਰੇ ਹੀ ਗੱਲ ਕਰਨੀ ਆ। ਮੋਲਡਿੰਗ ਸੈਂਡ ਕਿਉਂ ਯੂਜ਼ ਕੀਤੀ ਜਾਂਦੀ ਆ, ਕਾਹਦੇ ਵਾਸਤੇ ਯੂਜ਼ ਕੀਤੀ ਜਾਂਦੀ ਆ, ਇਹਦੇ ਮੇਨ ਪਰਪਸ ਕੀ ਆ ਯੂਜ਼ ਕਰਨ ਦਾ ਮੋਲਡਿੰਗ ਸੈਂਡ ਦਾ। ਐਂਡ ਜੋ ਮੈਂ ਤਾਂ ਪਿਛਲੇ ਲੈਕਚਰਸ ਦੇ ਵਿੱਚ ਮੈਂ ਪੈਟਰਨ ਮੇਕਿੰਗ ਬਾਰੇ ਸਮਝਾਇਆ ਸੀਗਾ ਕਿ ਪੈਟਰਨ ਦਾ ਜੋ ਮੇਨ ਪਰਪਸ ਹੁੰਦਾ ਆ ਕਿ ਜੋ ਜਿਸ ਤਰ੍ਹਾਂ ਦਾ ਪੈਟਰਨ ਬਣਿਆ ਹੋਏਗਾ ਉੱਦਾਂ ਦੀ ਸ਼ੇਪ ਦਾ ਹੀ ਜੋ ਆਪਣਾ ਲਾਸਟ ਪ੍ਰੋਡਕਟ ਬਣੇਗਾ ਕਾਸਟਿੰਗ ਦੇ ਦੁਆਰਾ ਉੱਦਾਂ ਦੀ ਹੀ ਸ਼ੇਪ ਬਣ ਕੇ ਉਹਦੀ ਬਾਹਰ ਨਿਕਲ ਆਏਗੀ। ਸੋ ਮੈਂ ਪੈਟਰਨ ਇੱਕ ਸਿਰਫ ਪੈਟਰਨ ਦਾ ਕੰਮ ਕੀ ਹੁੰਦਾ ਹੈ ਕਿ ਇੱਕ ਪ੍ਰਿੰਟ ਦੇਣਾ ਕਿਸੇ ਵੀ ਫੋਰ ਐਗਜ਼ਾਮਪਲ ਹੁਣ ਆਪਾਂ ਸੈਂਡ ਦੀ ਗੱਲ ਕਰਾਂਗੇ, ਸੈਂਡ ਦਾ ਤੁਹਾਨੂੰ ਪੈਟਰਨ ਵੀ ਸਮਝ ਆਏਗਾ ਕਿਉਂਕਿ ਸੈਂਡ ਦੀ ਗੱਲ ਕਰਾਂਗੇ। ਕਿਉਂਕਿ ਜੇਕਰ ਆਪਾਂ ਮੰਨ ਕੇ ਚੱਲਦੇ ਹਾਂ ਕਿ ਸੈਂਡ ਆ ਕੋਈ ਆਪਣੇ ਕੋਲ, ਉਸ ਦੇ ਉੱਪਰ ਆਪਾਂ ਪੈਰ ਰੱਖਿਆ ਹੈ, ਆਪਣੇ ਸਲੀਪਰਸ ਪਾਏ ਹੋਏ ਆ, ਸ਼ੂਜ਼ ਪਾਏ ਹੋਏ ਆ, ਆਪਾਂ ਸੈਂਡ ਦੇ ਉੱਤੇ ਪੈਰ ਰੱਖਦੇ ਹਾਂ ਅਤੇ ਜੋ ਸ਼ੂਜ਼ ਦੀ ਆਪਣੇ ਸ਼ੂਜ਼ ਦੀ ਜੋ ਨਿਚਲੀ ਸਰਫੇਸ ਹੁੰਦਾ ਸ਼ੂਜ਼ ਦਾ, ਉਸ ਦਾ ਜੋ ਪੈਟਰਨ ਬਣਿਆ ਹੁੰਦਾ ਨੀਚਲਾ ਉੱਦਾਂ ਦਾ ਹੀ ਉਹ ਮਿੱਟੀ 'ਤੇ ਵੀ ਉੱਦਾਂ ਦਾ ਸੇਮ ਟੂ ਸੇਮ ਛਪ ਜਾਂਦਾ। ਸੋ ਪੈਟਰਨ ਦਾ ਵੀ ਆਪਣਾ ਸੇਮ ਟੂ ਸੇਮ ਵਰਕ ਹੁੰਦਾ ਹੈ ਕਿ ਜਿੱਦਾਂ ਦੀ ਉਹ ਹੁੰਦਾ ਆ, ਜਿਸ ਸ਼ੇਪ ਦਾ ਹੁੰਦਾ, ਜਿਸ ਸਾਈਜ਼ ਦਾ ਹੁੰਦਾ, ਉੱਦਾਂ ਦਾ ਹੀ ਉਹ ਸੈਂਡ ਦੇ ਵਿੱਚ ਆਪਣੀ ਛਾਪ ਛੱਡ ਦਿੰਦਾ, ਮੀਨਸ ਕਿ ਆਪਣਾ ਪ੍ਰਿੰਟ ਦੇ ਦਿੰਦਾ ਹੈ। ਸੋ ਉਹਦੇ ਵਿੱਚ ਆਪਾਂ ਕਾਸਟਿੰਗ ਕਰਦੇ ਹਾਂ। ਸਭ ਤੋਂ ਪਹਿਲਾਂ ਹੁਣ ਆਪਾਂ ਦੇਖਦੇ ਹਾਂ ਮੋਲਡਿੰਗ ਸੈਂਡ। ਮੋਲਡਿੰਗ ਸੈਂਡ ਕੀ ਹੈ? ਦੀ ਸੈਂਡ ਇਜ਼ ਟਰਮ ਐਜ਼ ਫਾਊਂਡਰੀ ਸੈਂਡ ਐਂਡ ਇਟ ਇਜ਼ ਯੂਜ਼ਡ ਇਨ ਦੀ ਕਾਸਟਿੰਗ ਪ੍ਰੋਸੈਸ। ਸੋ ਇਹ ਸੈਂਡ ਆਪਾਂ ਇਸ ਨੂੰ ਆਪਾਂ ਫਾਊਂਡਰੀ ਸੈਂਡ ਵੀ ਕਹਿ ਦਿੰਦੇ ਕਿਉਂਕਿ ਇਸ ਨੂੰ ਆਪਾਂ ਕਾਹਦੇ ਵਾਸਤੇ ਯੂਜ਼ ਕਰਦੇ ਹਾਂ, ਕਾਸਟਿੰਗ ਦੇ ਲਈ। And this sand casting process is generally used by manufacturers to develop the cavity in the mold. Most of the time silica and utilized by manufacturers in the casting process. ਇਸ ਸੈਂਡ ਨੂੰ ਆਪਾਂ ਇਸ ਸੈਂਡ ਨੂੰ ਦਾ ਜੋ ਪ੍ਰੋਸੈਸ ਆ ਇਸ ਸੈਂਡ ਨੂੰ ਆਪਾਂ ਕਾਸਟਿੰਗ ਪ੍ਰੋਸੈਸ ਦੇ ਵਿੱਚ ਯੂਜ਼ ਕਰਦੇ ਹਾਂ ਮੈਨੂਫੈਕਚਰਿੰਗ ਦੇ ਟਾਈਮ। ਐਂਡ ਇਸ ਨੂੰ ਆਪਾਂ ਤਾਂ ਯੂਜ਼ ਕਰਦੇ ਹਾਂ ਕਿਉਂਕਿ ਇਸ ਦੇ ਵਿੱਚ ਆਪਾਂ ਕੋਈ ਨਾ ਕੋਈ ਕੈਵਿਟੀ ਖਾਲੀ ਜਗ੍ਹਾ ਬਣਾਈਏ ਜਿਸ ਦੇ ਵਿੱਚ ਆਪਾਂ ਮੋਲਟਨ ਮੈਟਲ ਨੂੰ ਆਪਾਂ ਪਾ ਕੇ ਅਤੇ ਉਸ ਦੀ ਸ਼ੇਪ ਨੂੰ ਬਣਾ ਦਈਏ। ਠੀਕ ਹੈ, ਤੋ ਦੀ ਸੈਂਡ ਕਾਸਟਿੰਗ ਪ੍ਰੋਸੈਸ ਇਜ਼ ਫਾਰਮੂਲੇਟਡ ਫॉर ਕਾਸਟਿੰਗ ਨੋਨ ਫੋਰਸ ਐਂਡ ਫਿਰਿਸ ਮੈਟਲਸ। ਸੋ ਇਹ ਜੋ ਸੈਂਡ ਯੂਜ਼ ਕੀਤੀ ਜਾਂਦੀ ਆ ਆਪਾਂ ਫਿਰਿਸ ਐਂਡ ਨੋਨ ਫਿਰਿਸ ਮੈਟਲ ਨੂੰ ਬਣਾਉਣ ਦੇ ਵਿੱਚ ਕੰਮ ਆਉਂਦੀ ਹੈ। ਮੋਸਟ ਆਫ ਦੀ ਸਿਗਨੀਫਿਕੈਂਟ characteristic of the molding sand is that does not react any sort of time with the metal. ਸੋ ਇਹਦਾ ਮੇਨ ਸਿਗਨੀਫਿਕੈਂਟ ਇਹਦਾ ਮੇਨ ਜੋ ਇੰਪੋਰਟੈਂਸ ਹੈ, ਠੀਕ ਹੈ, ਇਸ ਦਾ ਜੋ ਮੇਨ ਐਡਵਾਂਟੇਜ ਹੈ ਮੋਲਡਿੰਗ ਸੈਂਡ ਦੀ ਉਹ ਇਹ ਹੈ ਕਿ ਇਹ ਕਿਸੇ ਮੈਟਲ ਦੇ ਨਾਲ ਰਿਐਕਟ ਨਹੀਂ ਕਰਦੀ। ਫੋਰ ਐਗਜ਼ਾਮਪਲ ਆਪਾਂ ਸਟੀਲ ਨੂੰ ਕਾਸਟਿੰਗ ਸਟੀਲ ਦੀ ਕਾਸਟਿੰਗ ਕਰਨੀ ਹੈ, ਸਟੀਲ ਮੋਲਟਨ ਮੈਟਲ ਸਟੇਟ ਦੇ ਵਿੱਚ ਜਦੋਂ ਆਪਾਂ ਇਸ ਸੈਂਡ ਦੇ ਵਿੱਚ ਸੈਂਡ ਦੇ ਜੋ ਮੋਲਡ ਬਣਿਆ ਉਸ ਦੇ ਵਿੱਚ ਆਪਾਂ ਸਿੱਟਾਂਗੇ, ਠੀਕ ਹੈ, ਪਾਵਾਂਗੇ ਤਾਂ ਉਹ ਕੀ ਹੈ ਉਹ ਮੋਲਟਨ ਸਟੀਲ ਕਦੀ ਵੀ ਸੈਂਡ ਨਾਲ ਰਿਐਕਟ ਨਹੀਂ ਕਰੇਗੀ ਕਿਉਂਕਿ ਸੈਂਡ ਨੋਨ ਰਿਐਕਟਿਵ ਹੈ। ਇਹ ਸੈਂਡ ਕਿਸੇ ਵੀ ਮੈਟਲ ਨਾਲ ਰਿਐਕਟ ਨਹੀਂ ਕਰਦੀ। ਸੋ ਨੈਕਸਟ ਹੈ ਟਾਈਪਸ ਆਫ ਸੈਂਡ। ਮੋਸਟ ਇੰਪੋਰਟੈਂਟ ਟੋਪਿਕਸ ਹੈ ਤੁਹਾਡੇ ਮੈਨੂਫੈਕਚਰਿੰਗ ਦੇ ਐਂਡ ਪ੍ਰੈਕਟੀਕਲ ਵਰਕ ਦੇ ਯੂਸ ਵਾਸਤੇ ਵੀ ਆ ਕਿਉਂਕਿ ਪੈਟਰਨ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਕਾਸਟਿੰਗ ਪੂਰੀ ਸਮਝਣਾ ਬਹੁਤ ਜ਼ਰੂਰੀ ਹੈ। ਇਹ ਮੇਨ ਇੰਡਸਟਰੀ ਦੇ ਵਿੱਚ ਜਾਣਾ ਕੰਮ ਕਰਨਾ ਹੈ ਅਤੇ ਤੁਹਾਨੂੰ ਇਹ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ, ਪੈਟਰਨ ਕੀ ਹੁੰਦਾ, ਮੋਲਡਿੰਗ ਕੀ ਹੁੰਦੀ ਆ। ਸੋ ਸਾਰਾ ਟੋਟਲੀ ਆਪਾਂ ਮੈਨੂਫੈਕਚਰਿੰਗ ਕਾਸਟਿੰਗ ਪ੍ਰੋਸੈਸ ਸਮਝਣਾ। ਸੋ ਟਾਈਪਸ ਆਫ ਸੈਂਡ ਕਿਹੜੀਆਂ? ਗ੍ਰੀਨ ਸੈਂਡ, ਡਰਾਈ ਸੈਂਡ, ਲੋਮ ਸੈਂਡ, ਪਾਰਟਿੰਗ ਸੈਂਡ, ਫੇਸਿੰਗ ਸੈਂਡ, ਠੀਕ ਹੈ। ਸੋ ਇਹ ਓਵਰਆਲ ਆਪਣੀਆਂ ਸੈਂਡਸ ਹੈ। ਸੋ ਇਸ ਤਰ੍ਹਾਂ ਦੀ ਮਿੱਟੀ ਹੁੰਦੀ ਆ, ਇਸ ਮਿੱਟੀ ਨੂੰ ਵੀ ਆਪਾਂ ਸੈਂਡ ਕਹਿੰਦੇ ਹਾਂ, ਠੀਕ ਹੈ। ਡਿਫਰੈਂਟ ਕਲਰ ਦੀ ਹੁੰਦੀ ਆ, ਡਿਫਰੈਂਟ ਪਰਪਸ ਵਾਸਤੇ ਯੂਜ਼ ਕੀਤੀ ਜਾਂਦੀ ਆ। ਸੋ
देखो डिफरेंट टाइप्स ऑफ सैंड्स है कास्टिंग ਦੇ यूज़ ਦੇ ਲਈ। ठीक है, इस ਦੇ ਵਿੱਚ देखो पैटर्न ਆਪਾਂ देखो ਇਹ ਬਣਿਆ ਹੈ ਆਪਣਾ ਕੋਲ ਮੋਲਡ। ਇਸ ਨੂੰ ਮੋਲਡ ਕਹਿੰਦੇ ਆ। ਜੋ ਕੈਵਿਟੀ ਬਣ ਗਈ ਨਾ ਆਪਣੇ ਕੋਲ ਜਿਹੜੀ ਸ਼ੇਪ ਦੀ ਬਣ ਗਈ ਆ ਉਸ ਨੂੰ ਜੋ ਸ਼ੇਪ ਬਣੀ ਹੋਈ ਹੈ ਮਿੱਟੀ ਦੇ ਵਿੱਚ ਸੈਂਡ ਦੇ ਵਿੱਚ ਇਸ ਨੂੰ ਆਪਾਂ ਕੈਵਿਟੀ ਵੀ ਕਹਿ ਦਿੰਦੇ ਹਾਂ, ਇਸ ਨੂੰ ਆਪਾਂ ਮੋਲਡ ਵੀ ਕਹਿੰਦੇ ਹਾਂ। ਠੀਕ ਹੈ, ਇਸ ਨੂੰ ਤਾਂ ਕਰਕੇ ਇਸ ਨੂੰ ਮੋਲਡਿੰਗ ਸੈਂਡ ਕਿਹਾ ਜਾਂਦਾ ਹੈ। ਠੀਕ ਹੈ, ਇਸ ਦੇ ਉੱਪਰ ਆਪਾਂ ਪੈਟਰਨ ਪਹਿਲਾਂ ਰੱਖਿਆ ਹੋਵੇਗਾ। ਪੈਟਰਨ ਨੂੰ ਆਪਾਂ ਪੈਟਰਨ ਰੱਖ ਕੇ ਇਸ ਪੈਟਰਨ ਨੂੰ ਦਬਾ ਕੇ ਤਾਂ ਉਸ ਦੀ ਸ਼ੇਪ ਦਾ ਕੁਛ ਇਸ ਤਰ੍ਹਾਂ ਬਣ ਗਿਆ ਹੋਵੇਗਾ। ਉਸ ਤੋਂ ਬਾਅਦ ਪੈਟਰਨ ਨੂੰ ਹਟਾ ਕੇ ਅਤੇ ਇੱਕ ਤਰ੍ਹਾਂ ਦਾ ਇੱਕ ਮੋਲਡ ਬਣ ਜਾਂਦਾ ਬਾਅਦ ਦੇ ਵਿੱਚ। ਸੋ ਦੇਖੋ ਸੇਮ ਐਜ਼ ਕੀ ਹੈ, ਇਹ ਕੀ ਹੈ ਮੋਲਡ। ਇਸ ਨੂੰ ਮੋਲਡ ਕਹਿੰਦੇ। ਇਸ ਦੇ ਵਿੱਚ ਆਪਾਂ ਜਦੋਂ ਕਾਸਟਿੰਗ ਕਰਾਂਗੇ ਤਾਂ ਉਸ ਦੀ ਸ਼ੇਪ ਸੇਮ ਟੂ ਸੇਮ ਇਸ ਤਰ੍ਹਾਂ ਬਣ ਜਾਏਗੀ। ਜਦੋਂ ਆਪਾਂ ਮੋਲਟਨ ਮੈਟਲ ਇਸ ਦੇ ਵਿੱਚ ਪੋਰ ਕਰਾਂਗੇ ਤਾਂ ਸੇਮ ਟੂ ਸੇਮ ਜਿੱਦਾਂ ਦੀ ਕੈਵਿਟੀ ਹੈ ਉੱਦਾਂ ਦਾ ਸ਼ੇਪ ਬਣ ਜਾਏਗੀ ਮੈਟਲ ਦੀ। ਸੋ ਫਸਟ ਹੈਗੀ ਆਪਣੀ ਗ੍ਰੀਨ ਸੈਂਡ। So green sand is dampened sand. It is contain enough amount of moisture. Green sand contain a mixture of around 15% to 20% of clay, 66% to 8% of water and silica. Green sand certain depend upon the mixture of water and clay. This mixture acts as a bonding material in the sand. Green sand is soft, porous, fine and light in nature. It is used in rough and simple casting both of non-ferrous and ferrous metal. सो ग्रीन सैंड मोस्ट इंपॉर्टेंट यूज़ होने वाली जो सब तो ज़्यादा यूज़ होने वाली ग्रीन सैंड अपने मैन्युफैक्चरिंग ਦੇ ਵਿੱਚ ग्रीन सैंड ਦੇ ਵਿੱਚ 15% to 20% ਕਲੇ ਯਾਨੀ ਚੀਕਨੀ ਮਿੱਟੀ ਹੁੰਦੀ ਆ ਅਤੇ 6% to 8% ਵਾਟਰ ਐਂਡ ਸਿਲੀਕਾ ਹੁੰਦਾ। ਸੋ ਇਹ ਤਿੰਨੇ ਚੀਜ਼ਾਂ ਨੂੰ ਮਿਲਾ ਕੇ ਬਣਦੀ ਹੈ। ਸਰਟੈਨ ਡਿਪੈਂਡ ਅਪੋਨ ਦੀ ਮਿਕਸਚਰ ਆਫ ਵਾਟਰ ਐਂਡ ਕਲੇ। ਇਸ ਦੀ ਜੋ ਮਿੱਟੀ ਦੀ ਜੋ ਸਟਰੈਂਥ ਹੈ ਉਹ ਡਿਪੈਂਡ ਕਰਦੀ ਹੈ ਵਾਟਰ ਅਤੇ ਕਲੇ ਦੇ ਮਿਕਸਚਰ ਕਿੰਨਾ ਆਪਾਂ ਮਿਕਸ ਕੀਤਾ ਹੈ। ਇਸ ਨੂੰ ਬਾਈਂਡਿੰਗ ਕਰਨ ਦੇ ਲਈ ਇਸ ਦੇ ਵਿੱਚ ਬਾਈਂਡਿੰਗ ਮਟੀਰੀਅਲ ਵੀ ਐਡ ਕੀਤੇ ਜਾਂਦੇ ਆ ਜਿਸ ਨੂੰ ਬੌਂਡਿੰਗ ਕਹਿੰਦੇ ਆ ਆਪਾਂ। ਬੌਂਡਿੰਗ ਮਟੀਰੀਅਲ ਮੀਨਸ ਕਿ ਇਹਨੂੰ ਜੋੜਨ ਰੱਖਣ ਦੇ ਲਈ। ਗ੍ਰੀਨ ਸੈਂਡ ਸੌਫਟ ਵੀ ਹੁੰਦੀ ਆ। ਠੀਕ ਹੈ, ਫਾਈਨ ਵੀ ਹੁੰਦੀ ਹੈ ਜਿਸ ਦੇ ਵਿੱਚ ਜੋ ਫਾਈਨ ਕਾਸਟਿੰਗ ਕੀਤੀ ਜਾਂਦੀ ਉਹ ਵੀ ਹੁੰਦੀ ਹੈ। ਸੋ ਨੋਨ ਫੀਰੀਅਸ ਐਂਡ ਫੀਰੀਅਸ ਮੈਟਲ ਦੋਨਾਂ ਵਾਸਤੇ ਯੂਜ਼ ਕੀਤੀ ਜਾਂਦੀ ਹੈ। Next है dry sand. Dry sand is a type of green sand from which moisture is being removed. Dry sand is made of baking and drying the mold made a green sand. It is in a descent oven. The dry sand contains a mixture of 15-20% of clay and silica. The sand is more rigid, thermal stability and strength. The casting is dry sand is heavy and large. A dry sand mold is that mold that is made from dry sand. ਸੋ ਡਰਾਈ ਸੈਂਡ ਤਾਂ ਤੁਹਾਨੂੰ ਸਮਝਾ ਦਈਏ ਕਿ ਡਰਾਈ ਸੈਂਡ ਜੋ ਹੈ ਆਪਣੀ ਡਰਾਈ ਤੋਂ ਵੀ ਪਤਾ ਲੱਗਦਾ ਹੈ ਕਿ ਇਹ ਸੁੱਕੀ ਮਿੱਟੀ ਇਹਨੂੰ ਕਹਿ ਦਿੰਦੇ ਆ ਕਿ ਡਰਾਈ ਮੀਨਸ ਕਿ ਸੁੱਕੀ ਮਿੱਟੀ ਨੂੰ ਬਣਾ ਕੇ ਮੋਲਡ ਬਣਦਾ ਹੈ। ਇਸ ਦੇ ਵਿੱਚ ਕੀ ਕਰਦੇ ਹਾਂ ਆਪਾਂ ਗ੍ਰੀਨ ਸੈਂਡ ਲੈਂਦੇ ਹਾਂ। ਗ੍ਰੀਨ ਸੈਂਡ ਦਾ ਇੱਕ ਮੋਲਡ ਤਿਆਰ ਕਰਦੇ ਹਾਂ। ਉਸ ਨੂੰ ਵਿੱਚ ਫਿਰ ਇਸ ਨੂੰ ਇੱਕ ਓਵਨ ਦੇ ਵਿੱਚ ਉਸ ਦੀ ਜੋ ਪਾਣੀ ਦੇ ਵਿੱਚ ਮੋਇਸਚਰ ਹੁੰਦਾ ਉਸ ਨੂੰ ਸੁਕਾ ਦਿੰਦੇ ਹਾਂ। ਉਹ ਕੀ ਹੋ ਜਾਂਦਾ ਹੈ ਡਰਾਈ ਹੋ ਜਾਂਦੀ ਹੈ ਬਿਲਕੁਲ। ਸੋ ਇਸ ਦੇ ਵਿੱਚ ਕਲੇ ਅਤੇ ਸਿਲਿਕਾ ਦੋਨੇ ਯੂਜ਼ ਕੀਤੇ ਜਾਂਦੇ ਆ ਮਗਰ ਉਹ ਗ੍ਰੀਨ ਸੈਂਡ ਨੂੰ ਆਪਾਂ ਜਦੋਂ ਓਵਨ ਦੇ ਵਿੱਚ ਰੱਖ ਦਿੰਦੇ ਹਾਂ ਉਹ ਕੀ ਬਣ ਜਾਂਦੀ ਹੈ ਡਰਾਈ ਸੈਂਡ। ਸੋ ਕੀ ਹੈ ਥਰਮਲ ਸਟੇਬਿਲਿਟੀ ਹੋ ਜਾਂਦੀ ਹੈ ਇਸ ਦੇ ਵਿੱਚ ਤਾਂ ਜੋ ਹਾਈ ਟੈਂਪਰੇਚਰ ਦੇ ਮੋਲਟਨ ਹੁੰਦਾ ਹੈ ਉਹ ਇਫੈਕਟ ਨਹੀਂ ਕਰਦਾ ਇਸ ਮੋਲਡਿੰਗ ਇਸ ਸੈਂਡ ਨੂੰ। ਨੈਕਸਟ ਹੈ ਲੋਮ ਸੈਂਡ। Loam sand is like a thin paste of plastic in nature. Loam sand is made of mixture of 35% of clay, 10% of water and rest of the thing is sand. With the help of sweeping shape of given in loam sand in this sand an appropriate amount of water is must needed thing. Loam sand ਇੱਕ soft nature ਦੀ ਮੋਲਡ ਹੁੰਦਾ ਸੈਂਡ ਹੁੰਦੀ ਹੈ ਇੱਕ ਪਲਾਸਟਿਕ ਦੀ ਤਰ੍ਹਾਂ ਹੁੰਦੀ ਆ ਜਿਸ ਦੇ ਵਿੱਚ ਕੀ ਹੁੰਦਾ ਆ 30 to 35% ਕਲੇ ਹੁੰਦੀ ਹੈ ਅਤੇ 80% ਵਾਟਰ ਹੁੰਦਾ ਆ। ਠੀਕ ਹੈ, ਨੈਕਸਟ ਹੈ ਪਾਰਟਿੰਗ ਸੈਂਡ। ਪਾਰਟਿੰਗ ਸੈਂਡ ਇਜ਼ ਡਰਾਈ ਸੈਂਡ ਵਿਦਾਊਟ a boundary to reduce a non-stiffness pattern. Parting sand is made of pure silica. Parting sand is used to make a parting mold. The patches are removed from the mold.
then the mold used to stick, so that parting side is used to mold does not stick. ਸੋ ਇਸ ਦੀ ਪਾਰਟਿੰਗ ਸਾਈਡ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਅੱਪਰ ਪੋਰਸ਼ਨ ਹੁੰਦਾ, ਇੱਕ ਲੋਅਰ ਪੋਰਸ਼ਨ ਹੁੰਦਾ ਹੈ ਕਾਸਟਿੰਗ ਦੇ ਵਿੱਚ, ਕੌਪ ਦੇ ਉੱਪਰ ਬੋਲਦੇ ਹਾਂ ਉਸਨੂੰ। ਅਤੇ ਉਸ ਦੇ ਵਿੱਚ ਕੀ ਹੁੰਦਾ ਹੈ ਕਿ ਪਾਰਟਿੰਗ ਸੈਂਡ ਇੱਕ ਡਰਾਈ ਸੈਂਡ ਹੁੰਦੀ ਹੈ ਜਿਸ ਦੇ ਵਿੱਚ ਬਾਈਂਡਰ ਨੂੰ ਨਹੀਂ ਯੂਜ਼ ਕੀਤਾ ਜਾਂਦਾ, ਬਾਈਂਡਿੰਗ ਮਟੀਰੀਅਲ ਨਹੀਂ ਯੂਜ਼ ਕੀਤਾ ਜਾਂਦਾ, ਨੋਨ ਸਟਿਕਨੈਸ ਹੁੰਦੀ ਹੈ। ਇਸ ਦੇ ਵਿੱਚ ਕੀ ਹੁੰਦਾ ਹੈ ਕਿ ਦੋਨਾਂ ਹਿੱਸਿਆਂ ਨੂੰ ਆਪਾਂ ਅਲੱਗ ਅਲੱਗ ਕਰ ਸਕਦੇ ਹਾਂ, ਠੀਕ ਹੈ। ਪਾਰਟਿੰਗ ਸੈਂਡ ਇਸ ਲਈ ਕਿਹਾ ਜਾਂਦਾ ਇਸ ਨੂੰ। Facing sand is a kind of sand that forms the face of the mold. This sand is mainly used by manufacturer to form a surface, the molten metal, which is then poured as it is termed as facing sand. Facing sand consists of 5% of sea coal and 25% of iron. So facing sand ਦਾ ਆਪਾਂ ਨੂੰ ਫੇਸਿੰਗ ਸੈਂਡ ਦੇ ਨੇਮ ਤੋਂ ਹੀ ਪਤਾ ਚੱਲਦਾ ਕਿ ਇਹ ਜੋ ਉੱਪਰਲੀ ਤਹਿ ਹੁੰਦੀ ਹੈ ਮਿੱਟੀ ਦੀ, ਉਸਦੇ ਉੱਪਰ ਉਸਦੇ ਉੱਥੇ ਯੂਜ਼ ਕੀਤੀ ਜਾਂਦੀ ਹੈ ਫੇਸਿੰਗ ਸੈਂਡ। ਆਪਾਂ ਮੋਲਡ ਬਣਾ ਲਿਆ, ਫੋਰ ਐਗਜ਼ਾਮਪਲ ਆਪਾਂ ਗ੍ਰੀਨ ਸੈਂਡ ਦਾ ਮੋਲਡ ਤਿਆਰ ਕਰ ਲਿਆ, ਮਗਰ ਫੇਸਿੰਗ ਸੈਂਡ ਦਾ ਕੀ ਆ, ਫੇਸਿੰਗ ਸੈਂਡ ਨੂੰ ਆਪਾਂ ਉੱਪਰ ਦੀ ਤਹਿ ਦੀ ਤਰਫ ਰੱਖਾਂਗੇ, ਗ੍ਰੀਨ ਸੈਂਡ ਦੇ ਉੱਪਰ ਆਪਾਂ ਸਪਰੈਡ ਕਰਾਂਗੇ ਫੇਸਿੰਗ ਸੈਂਡ ਨੂੰ, ਤਾਂ ਜੋ ਮੋਲਟਨ ਮੈਟਲ ਹੈ ਇਸ ਨੂੰ ਮੋਲਡ ਨੂੰ ਇਫੈਕਟ ਨਾ ਕਰ ਸਕੇ, ਠੀਕ ਹੈ। ਸੋ ਇਹ ਯਾਦ ਰੱਖਣਾ ਕਿ ਫੇਸਿੰਗ ਸੈਂਡ ਇੱਕ ਅੱਪਰ ਲੇਅਰ ਹੁੰਦੀ ਆ ਕਿਸੇ ਵੀ ਸੈਂਡ ਦੀ, ਕਿਸੇ ਵੀ ਮੋਲਡ ਦੇ ਉੱਪਰ ਅੱਪਰ ਲੇਅਰ ਪਾਈ ਜਾਂਦੀ ਆ, ਜਿਸ ਦੇ ਵਿੱਚ ਕੀ ਹੁੰਦਾ ਹੈ ਇਹਦੇ ਵਿੱਚ 5% ਸੀ ਕੋਲ ਹੁੰਦਾ ਐਂਡ 25% ਆਇਰਨ ਹੁੰਦਾ। System sand is that sand it is used to fill the flask or machine molding. As the sand is used to machine molding, it termed as system sand. The sand is very high strain refractiveness and permeability, along with which that system sand has mechanical heavy casting. System sand ਦੇ ਵਿੱਚ ਆਪਾਂ ਕੀ ਆ ਸਿਸਟਮ ਸੈਂਡ ਦੇ ਵਿੱਚ ਆਪਾਂ ਕਿ ਸਿਸਟਮ ਸੈਂਡ ਜੋ ਯੂਜ਼ ਕੀਤੀ ਜਾਂਦੀ ਹੈ ਉਹ ਆਪਣੀ ਯੂਜ਼ ਕੀਤੀ ਜਾਂਦੀ ਹੈ ਹੈਵੀ ਕਾਸਟਿੰਗ ਦੇ ਲਈ। ਬਿਗਰ ਜੋ ਪਾਰਟਸ ਹੁੰਦੇ ਆ ਉਸ ਨੂੰ ਮੈਨੂਫੈਕਚਰਿੰਗ ਕਰਨ ਦੇ ਲਈ ਜੋ ਸਿਸਟਮ ਸੈਂਡ ਦਾ ਯੂਜ਼ ਕੀਤਾ ਜਾਂਦਾ ਹੈ, ਇਸ ਦੀ ਜੋ ਸਟਰੈਂਥ ਹੁੰਦੀ ਹੈ ਬਹੁਤ ਜ਼ਿਆਦਾ ਹੁੰਦੀ ਆ, ਕਿਉਂਕਿ ਹੈਵੀ ਕਾਸਟਿੰਗ ਦੇ ਵਾਸਤੇ ਯੂਜ਼ ਕੀਤਾ ਜਾਂਦਾ, ਕਿਉਂਕਿ ਇਸ ਦੇ ਵਿੱਚ ਜੋ ਮੋਲਟਨ ਮੈਟਲਸ ਹੈ ਉਹ ਬਹੁਤ ਜ਼ਿਆਦਾ ਪਿਓਰ ਕਰਦੇ ਆ, ਜਿਸ ਦੇ ਵਿੱਚ ਹੈਵੀ ਪਾਰਟਸ ਤਿਆਰ ਕੀਤੇ ਜਾਂਦੇ ਆ। Next ਹੈ flow sand. The flow sand is a black in color. The facing sand is mainly backed up by the flow sand. For the reason flow sand is known as the baking sand. Flow sand is used to fill the whole molding flask by baking up the face sand. ਸੋ ਆਪਾਂ ਫੇਸ ਸੈਂਡ ਤਾਂ ਪੜ੍ਹੇ ਸੀਗੇ ਕਿ ਫੇਸ ਸੈਂਡ ਜੋ ਹੈ ਉਹ ਜੋ ਅੱਪਰ ਲੇਅਰ ਹੁੰਦੀ ਆ ਸੈਂਡ ਦੀ ਉਸ ਨੂੰ ਫਿਲ ਕਰਨ ਦੇ ਲਈ ਆਪਾਂ ਫੇਸਿੰਗ ਸੈਂਡ ਯੂਜ਼ ਕਰਦੇ ਹਾਂ, ਮਗਰ ਫਲੋਰ ਸੈਂਡ ਆਪਾਂ ਜੋ ਇਨ ਬਿਟਵੀਨ ਜੋ ਅੰਦਰਲਾ ਬਾਕੀ ਪੂਰੀ ਦੀ ਪੂਰੀ ਚੀਜ਼ ਨੂੰ ਭਰਨ ਦੇ ਲਈ ਆਪਾਂ ਫਲੋਰ ਸੈਂਡ ਦਾ ਯੂਜ਼ ਕਰਦੇ ਹਾਂ। ਮੀਨਸ ਕਿ ਬਲੈਕ ਕਲਰ ਦੀ ਹੁੰਦੀ ਆ, ਇਸ ਨੂੰ ਬੇਕਿੰਗ ਸੈਂਡ ਵੀ ਕਹਿ ਦਿੰਦੇ ਆ, ਜਿਸ ਦੇ ਵਿੱਚ ਆਪਾਂ ਜੋ ਫਲਾਸਕ ਦਾ ਜੋ ਮੀਨਸ ਕਿ 80% ਜੋ ਯੂਜ਼ ਕੀਤੀ ਜਾਂਦੀ ਹੈ ਸੈਂਡ ਉਹ ਫਲੋਰ ਸੈਂਡ ਯੂਜ਼ ਕੀਤੀ ਜਾਂਦੀ ਹੈ ਬਾਕੀ ਜਗ੍ਹਾ ਨੂੰ ਭਰਨ ਦੇ ਲਈ। Next ਹੈ core sand. Core sand is that sand is generally used to make a core. For the reason this sand is termed as core sand. The core sand consists of the mixture of core oil like linseed oil, mineral oil, rich silica and other binding material like corn flour, dextrine, sodium, silicate. ਸੋ ਕੋਰ ਸੈਂਡ ਤੋਂ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਹੋਇਆ ਕੋਰ ਸੈਂਡ ਕਿਹੜੀ ਹੁੰਦੀ ਆ। ਕੋਰ ਸੈਂਡ ਦਾ ਮੀਨਸ ਕਿ ਜੋ ਇੰਟਰਨਲ ਜੋ ਸਟਰਕਚਰ ਹੁੰਦਾ ਉਹਦਾ ਕੋਰ ਦਾ ਮੋਲਡ ਦਾ ਉਹ ਤਿਆਰ ਕੀਤਾ ਜਾਂਦਾ ਹੈ ਕੋਰ ਦੇ ਰਾਹੀਂ, ਕਿਉਂਕਿ ਕੋਰ ਇੱਕ ਸਟਰੈਂਥ ਪ੍ਰੋਵਾਈਡ ਕਰਦੀ, ਕੋਰ ਸੈਂਡ ਇੱਕ ਸਟਰੈਂਥ ਪ੍ਰੋਵਾਈਡ ਕਰਦੀ ਹੈ ਇੰਟਰਨਲ ਸਟਰੈਂਥ ਮੋਲਡ ਦੀ, ਜੋ ਕਿ ਉਸਨੂੰ ਮਜ਼ਬੂਤੀ ਦਿੰਦੀ ਆ, ਠੀਕ ਹੈ। ਉਸਨੂੰ ਜਕੜਨ ਦੇ ਲਈ ਪੂਰੇ ਦੇ ਪੂਰੇ ਮੋਲਡ ਨੂੰ ਕੋਰ ਸੈਂਡ ਦਾ ਯੂਜ਼ ਕੀਤਾ ਜਾਂਦਾ, ਜਿਸ ਦੇ ਵਿੱਚ ਲਾਈਨਸੀਡ ਆਇਲ, ਮਿਨਰਲ ਆਇਲ, ਠੀਕ ਹੈ, ਇਸ ਤੋਂ ਤਿਆਰ ਕੀਤੀ ਜਾਂਦੀ ਹੈ। Molasses sand ਲਾਸਟ
Molasses sand is small casting and core making sand which consists of molasses. For the reason the sand is termed as molasses sand. Molasses sand ਜੋ ਹੈ small casting ਤੇ ਯੂਜ਼ ਦੇ ਲਈ ਆਪਾਂ ਵਰਤਦੇ ਹਾਂ। ਇਸ ਦੇ ਐਂਡ ਕੋਰ ਮੇਕਿੰਗ ਸੈਂਡ ਨੂੰ ਤਿਆਰ ਕਰਨ ਦੇ ਲਈ ਮੋਲੈਸਿਸ ਸੈਂਡ ਦਾ ਯੂਜ਼ ਕੀਤਾ ਜਾਂਦਾ। ਸੋ ਇਸ ਕਰਕੇ ਇਸ ਨੂੰ ਮੋਲੈਸਿਸ ਸੈਂਡ ਕਿਹਾ ਜਾਂਦਾ। ਸੋ ਆਪਾਂ ਮੋਲਡ ਨੂੰ ਤੁਸੀਂ ਧਿਆਨ ਨਾਲ ਮੋਲਡਿੰਗ ਸੈਂਡ ਨੂੰ ਤੁਸੀਂ ਧਿਆਨ ਨਾਲ ਪੜ੍ਹਨਾ ਹੈ, ਸਮਝਣਾ ਹੈ। ਐਂਡ ਇਸ ਦੇ ਜੋ ਟਾਈਪਸ ਆਫ ਸੈਂਡ ਹੈ ਇਸ ਨੂੰ ਵੀ ਧਿਆਨ ਨਾਲ ਸਮਝਣਾ ਹੈ ਕਿਉਂਕਿ ਇਹ ਟੋਟਲੀ ਪ੍ਰੈਕਟੀਕਲ ਵਰਕ ਹੈ। ਠੀਕ ਹੈ, ਨਾ ਸਮਝ ਆਏ ਤਾਂ ਮੈਨੂੰ ਮੈਸੇਜ ਕਰ ਦੇਣਾ। ਥੈਂਕ ਯੂ।